ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਜਿਹਦੀ ਬਣਤਰ ਸਾਡੇ ਪੂਰਬਲਿਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਹੋ ਰਹੀਆਂ ਮਨਮਤਾਂ ਕਰਕੇ ਬੜੀ ਜੱਦੋ-ਜਹਿਦ ਨਾਲ 1920 ਦੇ ਵਿੱਚ ਇੱਕ ਅਡਹੌਕ ਕਮੇਟੀ ਬਣਾਈ, ਜਿਹਨੂੰ ਮਾਨਤਾ 1925 ਦੇ ਵਿੱਚ ਸਿੱਖ ਗੁਰਦੁਆਰਾ ਐਕਟ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਦੇ ਰੂਪ ਦੇ ਵਿੱਚ ਦਿੱਤੀ। ਇਹਦੇ ਵਿੱਚ ਮੁੱਢਲੇ ਤੌਰ ਤੇ 120 ਮੈਂਬਰ ਸੀਗੇ। ਫਿਰ ਡਬਲ ਹਲਕੇ ਨਾਲ ਜਿਨ੍ਹਾਂ 'ਚੋਂ ਆਪਾਂ ਕਹਿ ਦਿੰਦੇ ਮਜ਼੍ਹਬੀ ਸਿੰਘ ਉਹ ਚੁਣੇ ਜਾਂਦੇ ਸੀ ਨਾਲ ਫਿਰ ਵਿਵਸਥਾ ਨਵੀਂ ਨੋਟੀਫਿਕੇਸ਼ਨ ਜਿਹੜੀ 1996 ਵਿੱਚ ਹੋਈ, ਉਹਦੇ ਵਿੱਚ ਫਿਰ ਔਰਤਾਂ ਲਈ ਵੀ ਰਾਖਵੇਂ ਇਹ ਹਲਕੇ ਰੱਖੇ ਗਏ। ਟੋਟਲ ਹਾਊਸ ਜਿਹੜਾ 170 ਮੈਂਬਰਾਂ ਦਾ ਹੁੰਦਾ। 15 ਮੈਂਬਰ ਫਿਰ ਸਾਰੇ ਇੰਡੀਆ ਦੇ ਵਿੱਚੋਂ ਕੋਆਪਟ ਕੀਤੇ ਜਾਂਦੇ ਆ, ਚਾਹੇ ਉਹ ਦਿੱਲੀ ਹੋਵੇ, ਚਾਹੇ ਵੈਸਟ ਬੰਗਾਲ ਹੋਵੇ, ਚਾਹੇ ਆਪਣੇ ਉੱਧਰ ਕਲਕੱਤਾ ਹੋਵੇ, MP ਹੋਵੇ, ਉਹ ਸਾਰਿਆਂ ਦਾ 15 ਮੈਂਬਰ ਕੋਆਪਟ ਕਰਕੇ 185 ਦਾ ਫਿਰ ਉਹ ਟੋਟਲ ਹਾਊਸ ਬਣਦਾ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਜੋ ਵੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਹੁਕਮ ਆਉਂਦਾ ਉਹਦੇ ਅਨੁਸਾਰ ਤੇ ਗੁਰਮਤ ਅਨੁਸਾਰ ਸਾਰੇ ਜਿਹੜੇ ਆ ਉਹ ਫੈਸਲੇ ਲੈਂਦੀ ਵੀ ਹੈ ਤੇ ਫੈਸਲਿਆਂ ਤੇ ਦ੍ਰਿੜਤਾ ਨਾਲ ਪਹਿਰਾ ਵੀ ਦਿੰਦੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਸਰਬ ਪ੍ਰਵਾਨਿਤ ਸਿੱਖ ਪੰਥ ਲਈ ਸਮੁੱਚੇ ਲਈ ਸਰਬ ਪ੍ਰਵਾਨਿਤ ਆ ਤੇ ਇਸੇ ਤਹਿਤ ਸ਼੍ਰੋਮਣੀ ਕਮੇਟੀ ਨੇ ਲਗਭਗ ਸਾਡੇ ਸਾਰੇ ਇੰਡੀਆ ਦੇ ਵਿੱਚ 13 ਮਿਸ਼ਨ ਅਸੀਂ ਬਣਾਏ ਆ, ਜਿਨ੍ਹਾਂ ਦੇ ਵਿੱਚ ਸਭ ਤੋਂ ਇੰਪੋਰਟੈਂਟ ਸਾਡਾ ਸਿੱਖ ਮਿਸ਼ਨ ਦਿੱਲੀ ਆ। ਉਹ ਤੋਂ ਇਲਾਵਾ ਸਾਡੇ ਵੱਖ-ਵੱਖ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਛੱਤੀਸਗੜ੍ਹ, ਰਾਏਪੁਰ ਸਿੱਖ ਮਿਸ਼ਨ ਯੂਪੀ ਦੇ ਵਿੱਚ, ਇੱਕ ਉੱਧਰ ਆਪਣੇ ਸਾਡੇ ਮਗਹਰ ਆ, ਇਵੇਂ ਕੁਰਕਸ਼ੇਤਰ, ਨਵੀਂ ਦਿੱਲੀ, ਅਹਿਮਦਾਬਾਦ, ਰਾਜਸਥਾਨ, ਇਵੇਂ ਆਂਧਰਾ ਪ੍ਰਦੇਸ਼, ਨੇਪਾਲ ਤੇ ਹਾਪੜ ਵਿੱਚ। ਇਹ ਸਾਡੇ ਜਿਹੜੇ ਮਿਸ਼ਨ ਆ ਸਾਰੇ ਇਹ ਵੀ ਆਪਣਾ ਗੁਰਸਿੱਖੀ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਉਂਦੇ ਆ। ਔਰ ਮੈਂ ਤੁਹਾਨੂੰ ਇੱਕ ਹੋਰ ਬੇਨਤੀ ਕਰਦਾ, ਸਾਡੇ ਲਈ ਇੱਕ ਇਹ ਪ੍ਰਸੰਨਤਾ ਵਾਲੀ ਵੀ ਗੱਲ ਆ ਕਿ ਦਸੰਬਰ 2021 ਤੋਂ ਲੈ ਕੇ ਅਪ੍ਰੈਲ ਇਸ ਵਿਸਾਖੀ ਤੱਕ ਲਗਭਗ ਸਾਰੇ ਮਿਸ਼ਨਾਂ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਪੰਜਾਬ ਦੇ ਵਿੱਚ ਵੱਡੇ ਅੰਮ੍ਰਿਤ ਸੰਚਾਰ ਹੋਏ, ਜਿਹਦੇ ਵਿੱਚ ਲਗਭਗ ਸਾਡਾ 30,000 ਪੁਰਾਣੀ ਅੰਮ੍ਰਿਤਧਾਰੀ ਹੋਇਆ। ਕਿਉਂਕਿ ਇੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮਿਸ਼ਨ ਆ ਇਹ ਦੇਸ਼ ਦੀ ਰਾਜਧਾਨੀ ਆ ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਕਿ ਇੱਥੇ ਵੀ ਵੱਡੇ ਪੱਧਰ ਦੇ ਉੱਤੇ ਕੀਰਤਨ ਦਰਬਾਰ, ਅੰਮ੍ਰਿਤ ਸੰਚਾਰ ਜਿਹੜੇ ਉਹ ਕਰਵਾਏ ਜਾਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਭਾਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਪ੍ਰਬੰਧ ਕਰਦੀ, ਪਰ ਸਾਡਾ ਜਿਹੜਾ ਮਿਸ਼ਨ ਸਿੱਖ ਮਿਸ਼ਨ ਦਿੱਲੀ ਆ ਇਹ ਬਹੁਤ ਆਪਣੇ ਆਪ 'ਚ ਇਫੈਕਟਿਵ ਆ। ਸੋ ਉਹਦੇ ਤਹਿਤ ਅਸੀਂ ਅੱਜ, ਕਿਉਂਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸਾਰਿਆਂ ਮਿਸ਼ਨਾਂ ਦਾ ਪ੍ਰਧਾਨ ਹੁੰਦਾ ਤੇ ਅਸੀਂ 3 ਮੈਂਬਰੀ ਅੱਜ ਇੱਥੇ ਕਮੇਟੀ ਧਰਮ ਪ੍ਰਚਾਰ ਹਿੱਤ ਉਹ ਅੱਜ ਨਿਯੁਕਤ ਕੀਤੀ ਆ। ਭਾਵੇਂ ਸਾਡਾ ਇੰਚਾਰਜ ਇੱਥੇ ਪਹਿਲਾਂ ਹੀ ਇੰਪਲੋਈ ਸਾਡਾ ਹੈਗਾ, ਜਿਹਦੇ ਵਿੱਚ ਸਾਡੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਰਘੂਜੀਤ ਸਿੰਘ, ਸਰਦਾਰ ਰਘੂਜੀਤ ਸਿੰਘ ਜੀ ਬਿਰਕ, ਸਾਡੀ ਭੈਣ ਰਣਜੀਤ ਕੌਰ ਤੇ ਸਰਦਾਰ ਸੁਖਮਿੰਦਰ ਸਿੰਘ ਬੱਬਰ। ਤੇ ਅਸੀਂ ਇਹ 3 ਮੈਂਬਰ ਇਮੀਡੀਏਟਲੀ ਇੱਥੇ ਧਰਮ ਪ੍ਰਚਾਰ ਦੇ ਲਈ ਪੂਰੀ ਸਾਰੀ ਉਹ ਦੇਖਭਾਲ ਕਰਨਗੇ ਤੇ ਨਾਲ ਦੀ ਨਾਲ ਅਸੀਂ ਇਸ ਕਮੇਟੀ ਦੇ ਵਿੱਚ ਵਾਧਾ ਵੀ ਕਰਾਂਗੇ। ਉਹਦੇ ਵਾਧੇ ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਸਾਹਿਬਾਨ ਹੋਣਗੇ ਜਾਂ ਪ੍ਰੋਮੀਨੈਂਟ ਜਿਹੜੇ ਸਾਡੇ ਸਿੱਖ ਧਰਮ ਦੇ ਨਾਲ ਜੁੜੇ ਹੋ ਜਿਨ੍ਹਾਂ ਦਾ ਯੋਗਦਾਨ ਹੈ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਊਗਾ। ਔਰ ਇਹਨਾਂ ਦੇ ਵਿੱਚ ਇੱਥੇ ਅੱਜ ਅਸੀਂ ਆ ਜਿਹੜਾ ਉੱਤੋਂ ਹੁਣ ਆਏ ਆ, ਅਸੀਂ ਥੋੜ੍ਹੀਆਂ ਜਿਹੀਆਂ ਇਸ ਮਿਸ਼ਨ ਨੂੰ ਨਵੀਂ ਫੈਸਿਲਿਟੀਆਂ ਸੀ, ਭਾਵੇਂ ਪਹਿਲਾਂ ਵੀ ਸੀ, ਉਹ ਅੱਜ ਅਸੀਂ ਉਦਘਾਟਨ ਕੀਤਾ। ਇੱਕ ਤਾਂ ਇਹਨਾਂ ਦੀ ਕਮਰਿਆਂ ਦੀ ਬੁਕਿੰਗ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕੁਝ ਸਰਾਵਾਂ ਆਨਲਾਈਨ ਹੈਗੇ, ਥੋੜ੍ਹੇ ਕਮਰੇ, ਇਹ ਇਹਨਾਂ ਨੂੰ ਇੱਥੇ ਪੂਰਾ ਅਧਿਕਾਰ ਦਿੱਤਾ। ਇੱਥੋਂ ਜੇ ਕਿਸੇ ਨੇ ਦਿੱਲੀ ਤੋਂ ਜਾਣਾ ਉਹ ਤੁਹਾਡੇ ਇੱਥੇ ਦਫ਼ਤਰ ਤੋਂ ਆ ਕੇ ਇੱਥੋਂ ਕੰਪਿਊਟਰ ਦੇ ਵਿੱਚ ਆਪਣੀ ਜਿਹੜੀ ਆ ਉਹ ਕਮਰਾ ਬੁੱਕ ਕਰਾ ਸਕਦਾ
ਤੇ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਅਕਸਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਐਲੀਗੇਸ਼ਨ ਲਾਉਂਦੇ ਜਾਂਦੇ ਜਾਂ ਹੁਣ ਆ ਵੀ ਆ ਵੀ ਸਾਨੂੰ ਜੀ ਕੀਰਤਨੀ ਜਥੇ ਨਹੀਂ ਭੇਜੇ। ਮੈਂ ਤੁਹਾਨੂੰ ਰਿਕਾਰਡ ਦੇ ਸਕਦਾ ਵੀ ਦਿੱਲੀ ਕਮੇਟੀ ਵੱਲੋਂ ਕਿੰਨੇ ਕਮਰੇ ਸਾਡੇ ਪਿਛਲੇ ਮਹੀਨੇ ਦੇ ਵਿੱਚ ਬੁੱਕ ਕੀਤੇ ਗਏ ਤੇ ਹੁਣ ਤੁਹਾਨੂੰ ਨਵੀਂ ਸਹੂਲਤ ਮਿਲ ਗਈ ਆ ਇੱਥੇ ਆਪਣੇ ਨਾਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ, ਨਾਲੇ ਆ ਕੇ ਆਪਣੀ ਬੁਕਿੰਗ ਕਰਾ ਕੇ ਆਰਾਮ ਨਾਲ ਇੱਥੋਂ ਬੱਸੇ ਜਾਣਾ ਜਾਂ ਗੱਡੀ ਜਾਣਾ ਜਾ ਕੇ ਉਹ ਕਮਰਿਆਂ ਦੀ ਜਿਹੜੀ ਉਹ ਸਹੂਲਤ ਇੱਥੇ ਅੱਜ ਅਸੀਂ ਸ਼ੁਰੂ ਕਰ ਦਿੱਤੀ ਹੈ। ਨਾਲ ਦੀ ਨਾਲ ਇੱਕ ਬਹੁਤ, ਕਿਉਂਕਿ ਹਰ ਇੱਕ ਸਿੱਖ ਦੀ ਲੋਚਾ ਹੁੰਦੀ ਮੈਂ ਪਾਕਿਸਤਾਨ ਨੂੰ ਜਾਵਾਂ, ਉਹ ਸਾਡੇ ਜਥੇ ਜਾਂਦੇ ਆ, ਵਿਸਾਖੀ 'ਤੇ ਜਾਂਦਾ, ਸਾਹਿਬਾਂ ਦੇ ਸ਼ਹੀਦੀ ਪੁਰਬ 'ਤੇ ਉਹ ਕਿਉਂਕਿ ਤਰੀਕ ਨੇ ਨਾਲ ਰਲਦੀ, ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ 'ਤੇ ਜਾਂਦਾ, ਸਾਹਿਬਾਂ ਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਵਸ 'ਤੇ ਜਾਂਦਾ। ਉਹ ਪਰ ਕਰਤਾਰਪੁਰ ਦਾ ਕਿਉਂਕਿ ਲਾਂਘਾ ਖੁੱਲ੍ਹ ਗਿਆ, ਉਹ ਵੀ ਅਸੀਂ ਇੱਥੇ ਉਹਦਾ ਪ੍ਰਬੰਧ ਕਰਤਾ ਵੀ ਜਿਸ ਵੀ ਕਿਸੇ ਨੇ ਬਾਹਰ ਜਾਣਾ ਕਰਤਾਰਪੁਰ ਦੇ ਦਰਸ਼ਨ ਕਰਨ, ਇੱਥੋਂ ਹੀ ਆਪਣੀ ਉਹ ਆਨਲਾਈਨ ਬੁਕਿੰਗ ਲੈ ਲਊਗਾ, ਉਹਨੂੰ ਤਰੀਕ ਮਿਲ ਜਾਊਗੀ ਸਾਰੀ ਉਸ ਸੰਬੰਧ ਦੇ ਵਿੱਚ। ਦੂਜਾ, ਕਿਉਂਕਿ ਬਹੁਤਿਆਂ ਲੋਕਾਂ ਦੀ ਚਾਹਨਾ ਹੁੰਦੀ ਆ, ਕਈਆਂ ਕੋਲ ਕਿਰਾਇਆ ਨਹੀਂ ਹੁੰਦਾ, ਕਈਆਂ ਦੀ ਉੱਦਾਂ ਕੋਈ ਕਈ ਵਾਰੀ ਟਾਈਮ ਦੀ ਨਹੀਂ ਹੁੰਦੀ, ਉਹ 2 ਬੱਸਾਂ ਵੀ ਇਸ ਮਿਸ਼ਨ ਨੂੰ ਸਪੈਸ਼ਲ ਦਿੱਤੀਆਂ ਗਈਆਂ ਜਿਹੜੀਆਂ ਇੱਥੋਂ ਯਾਤਰੂ, ਸਿੱਖ ਯਾਤਰੂ ਜਾਂ ਦੂਸਰੇ ਯਾਤਰੂ ਵੀ ਜਿਹੜੇ ਗੁਰਧਾਮਾਂ ਦੇ ਦਰਸ਼ਨ ਕਰਨੇ ਚਾਹੁੰਦੇ ਹੋਣ, ਉਹ ਸਾਰੇ ਉੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ, ਤਖਤ ਸ੍ਰੀ ਅਕਾਲ ਤਖਤ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਆਦਿਕ ਸੁਲਤਾਨਪੁਰ ਲੋਧੀ, ਜਿੱਥੇ ਵੀ ਜਾਣਾ ਹੋਵੇ ਉਹ ਉੱਥੇ ਸਾਰੇ ਜਾ ਸਕਦੇ ਆ। ਫ੍ਰੀ ਜਾਣਗੇ ਜੀ? ਫ੍ਰੀ ਜਾਣਗੇ। ਦੂਜਾ, ਕਿਉਂਕਿ ਬਹੁਤ ਇੱਕ ਅੱਜ ਸਾਡੇ ਵਿੱਚ ਇੱਕ ਜਿਹੜਾ ਮੈਡੀਕਲ ਆ ਬਹੁਤ ਐਕਸਪੈਂਸਿਵ ਹੋ ਚੁੱਕਾ, ਤੇ ਇਹ ਵੀ ਅਸੀਂ ਫੈਸਲਾ ਅੱਜ ਇੱਥੇ ਕੀਤਾ ਕਿ MRI, CT ਸਕੈਨ, ਐਕਸਰਾ, ਅਲਟਰਾਸਾਊਂਡ, ਇਹ ਤੁਹਾਨੂੰ ਇੱਥੇ ਜਿਹੜੇ ਰਜਿਸਟ੍ਰੇਸ਼ਨ ਆ ਕੇ ਕਰਾਉਣਗੇ ਉਹਦੇ ਵਿੱਚ ਉਹ ਫ੍ਰੀ ਤੁਹਾਡਾ ਕੀਤਾ ਜਾਊਗਾ। ਜਿਹੜੇ ਕੁਝ ਮਹਿੰਗੇ ਹੈਗੇ ਸਾਡੇ, ਕਈ ਐਵੇਂ ਦੇ ਵੀ ਆ ਟੈਸਟ ਜਿਹੜੇ ਉਹ ਬਹੁਤ ਮਹਿੰਗੇ ਆ, ਉਹਦੇ ਵਿੱਚ ਵੀ ਅਸੀਂ 50% ਜਿਹੜੀ ਆ ਉਹ ਰਿਬੇਟ ਕਰਾਂਗੇ। ਸੋ ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ। ਮੈਂ ਅੱਜ ਇੱਥੇ ਇਸ ਸਪੈਸ਼ਲ ਮਿਸ਼ਨ ਨਾਲ ਆਇਆ ਸੀ ਕਿ ਆਉਂਦੇ ਦਿਨਾਂ ਦੇ ਵਿੱਚ, ਕਿਉਂਕਿ ਦੇਸ਼ ਦੀ ਰਾਜਧਾਨੀ ਵੀ ਆ ਤੇ ਸਾਡਾ ਮਿਸ਼ਨ ਵੀ ਆ ਤੇ ਦਿੱਲੀ ਕਮੇਟੀ ਵੀ ਉਹ ਆਪਣੇ ਤੌਰ ਤੇ ਕੰਮ ਕਰੇ, ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਸਤਿਕਾਰਯੋਗ ਮੈਂਬਰ ਸਾਹਿਬਾਨ ਉਹਨਾਂ ਦੇ ਹਲਕਿਆਂ ਦੇ ਵਿੱਚ ਇੱਕ ਅੰਮ੍ਰਿਤ ਸੰਚਾਰ ਤੇ ਕੀਰਤਨ ਦਰਬਾਰ, ਉਹ ਵੱਡੇ ਪੱਧਰ ਤੇ ਪ੍ਰੋਗਰਾਮ ਆਉਂਦੇ ਦਿਨਾਂ 'ਚ ਲਿਖਾਂਗੇ ਤਾਂ ਕਿ ਧਰਮ ਪ੍ਰਚਾਰ ਦਾ ਜਿਹੜਾ ਵਿੰਗ ਆ ਸਾਡਾ ਉਹ ਹੋਰ ਬਲਦੀਆਂ ਤੇ ਪਹੁੰਚ ਸਕੇ। ਸੋ ਮੈਂ ਤੁਹਾਨੂੰ ਇੰਨੀ ਬੇਨਤੀ ਕਰਨ ਲਈ ਅੱਜ ਇੱਥੇ ਪਹੁੰਚਿਆ ਸੀ। ਇਹ ਤਿੰਨੇ ਸੁਹਿਰਦ ਮੈਂਬਰ ਸਾਹਿਬਾਨ ਸਾਡੇ ਬੈਠੇ ਆ, ਇਹ ਸਾਰੇ ਇਸ ਜਿੰਨਾ ਵੀ ਆਪਾਂ ਇੱਥੇ ਪ੍ਰੋਗਰਾਮ ਲਿਖਿਆ ਇਹ ਉਹਦੀ ਸਾਰੇ ਦੇਖਭਾਲ ਕਰਨਗੇ। ਸਾਡੇ ਸਰਦਾਰ ਅਵਤਾਰ ਸਿੰਘ ਹਿੱਤ ਲੰਬਾ ਅਰਸਾ ਸਾਡੇ ਦਿੱਲੀ ਕਮੇਟੀ ਦੇ ਮੈਂਬਰ ਵੀ ਰਹੇ, ਹੁਣ ਪਟਨਾ ਬੋਰਡ ਦੇ ਵੀ ਪ੍ਰਧਾਨ ਆ। ਸੋ ਸਾਰਿਆਂ ਨੂੰ ਬੇਨਤੀ ਆ, ਗੁਰੂ ਨਾਨਕ ਨਾਮ ਲੇਵਾ ਮਾਈ ਭਾਈ, ਅੰਮ੍ਰਿਤ ਦੀ ਦਾਤ ਖੰਡੇ ਬਾਟੇ ਦੀ ਪੌਲ ਕਰਮਾਂ ਨਾਲ ਮਿਲਦੀ ਆ। ਆਓ ਹੁਣ ਆਪਾਂ ਸਾਰੇ ਸੰਕਲਪ ਕਰੀਏ ਵੀ ਜਿਹੜਾ ਆਉਂਦਾ ਵਰ੍ਹਾ ਇਹਨੂੰ ਆਪਾਂ ਵੱਡੇ ਤੌਰ ਤੇ ਗੁਰੂ ਵਾਲੇ ਬਣ ਕੇ ਬਤੀਤ ਕਰੀਏ। वाहिगुरु जी का खालसा, वाहिगुरु जी की फतेह। गौरी साहब, एक सवाल है कि आपने CT स्कैन MRI की बात कही, ये टेस्ट कहाँ पर होंगे? और ਇਹ ਅਸੀਂ ਇੱਕ ਹਾਇਰ ਕਰ ਲਈ ਆ, ਉੱਥੇ ਭੇਜਿਆ ਕਰਾਂਗੇ ਸਾਰੇ ਉਹ दिल्ली में ही? दिल्ली में और फ्री ऑफ कॉस्ट यहाँ? फ्री ऑफ कॉस्ट करेंगे। ओके। अच्छा, दूसरा सवाल ये है कि पिछले दिनों ये एजेंसी के प्रधान अश्विनी सिंह कालका ने आरोप लगाए SGPC के ऊपर कि उन्होंने जो ग्रुप शस्त्र है वो देने से मना कर दिया था, कितनी सच्चाई बात? देखो, ये बिल्कुल गलत गल आ। 20-21 तरीक ਨੂੰ ਅਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ 400 ਸਾਲਾਂ ਦੀ ਸੰਪੂਰਨਤਾ ਦਿਵਸ ਨੂੰ ਮਨਾਇਆ। ਉਹ ਜਿਹੜੇ ਪਵਿੱਤਰ ਸ਼ਾਸਤਰ ਆ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਆ, ਉਹ ਸਾਡੇ ਉੱਥੇ ਕੱਲ੍ਹ ਵੀ ਪ੍ਰਦਰਸ਼ਨੀ ਦੇ ਪਰਸੋਂ ਵੀ ਉਹ ਲਗਾਤਾਰ ਸਾਡੇ ਲੋਕਾਂ ਨੇ ਸ਼ਾਸਤਰਾਂ ਦੇ ਦਰਸ਼ਨ ਕੀਤੇ ਆ। ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਮਨਾ ਰਹੀ ਸੀ, ਇਸ ਕਰਕੇ ਸਾਨੂੰ ਉੱਥੇ ਆਪ ਦੀ ਲੋੜ ਸੀਗੀ, ਇਸ ਕਰਕੇ ਇਹਨਾਂ ਨੂੰ ਨਹੀਂ ਭੇਜੇ ਗਏ, ਕਿਉਂਕਿ ਉੱਥੇ ਜੇ ਨਾ ਮਨਾਉਂਦੇ ਫਿਰ ਭੇਜ ਵੀ ਸਕਦੇ ਪਰ ਇਸ ਕਰਕੇ ਨਹੀਂ ਭੇਜੇ ਗਏ। ਮਗਰ ਸਰ ਜਿਹੜਾ ਦਫ਼ਤਰ ਦੀ ਗੱਲ ਕਰ ਰਹੇ ਹੋ, ਦਫ਼ਤਰ ਦੇ ਇਸ ਵੇਲੇ ਕੰਫਲਿਕਟ ਚੱਲਦਾ ਪਿਆ ਹੈ,
ਉਹ ਥਾਣੇ ਤੇ ਕੇਸ ਚੱਲਦਾ ਪਿਆ। ਦਫ਼ਤਰ ਇਹਦਾ ਚੱਲਦਾ ਹੋਊਗਾ, ਜਿਹੜਾ ਸਾਡਾ ਉੱਤੇ ਮਿਸ਼ਨ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿੱਖ ਮਿਸ਼ਨ, ਇਹ ਉੱਤੇ ਦਫ਼ਤਰ ਆ, ਉਹ ਸਾਡਾ ਦਫ਼ਤਰ ਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਪ੍ਰਬੰਧ ਉੱਥੇ ਚਲਾਏ ਜਾਣਗੇ। ਦਿੱਲੀ ਕਮੇਟੀ ਨੇ ਕਿਹਾ ਕਿ ਦਫ਼ਤਰ ਤੁਹਾਡੇ ਤੋਂ ਲੈ ਲਾਂਗੇ ਅਸੀਂ ਇਹਨੂੰ, ਕਿਹੜਾ ਮਿਸ਼ਨ ਨੂੰ ਜਿਹੜਾ ਦਿੱਤਾ ਗਿਆ। ਦੇਖੋ ਇਹ ਹੁਣ ਦਾ ਨਹੀਂਗਾ, ਮੈਂ ਤੁਹਾਡੀ ਝਾਤ ਪੰਛੀ ਝਾਤ ਥੋੜੀ ਜਿਹੀ ਮਰਵਾ ਦੇਵਾਂ। ਆ ਬਾਹਰ ਆਪਾਂ ਨਿਕਲੋਗੇ ਜਿੱਥੇ ਆਪਾਂ ਬੈਠੇ ਹਾਂ, ਇਸ ਪਰਮਾਇਸ਼ਰ ਦੇ ਵਿੱਚ ਮੋਹਰੇ ਇੱਕ ਵੱਡਾ ਪੱਥਰ ਲੱਗਾ ਆ, ਸ਼ਾਇਦ ਤੁਸੀਂ ਉਹਦਾ ਸ਼ਾਟ ਵੀ ਕੀਤਾ ਹੋਊਗਾ। ਉਹ ਸ਼੍ਰੋਮਣੀ ਅਕਾਲੀ ਦਲ ਦੇ ਉਸ ਵੇਲੇ ਦੇ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਨਾਂ ਦਾ ਲੱਗਾ ਆ। ਇਹਦੇ ਨਾਲ ਹੀ ਐਡਜੋਇਨਿੰਗ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਲੱਗਾ ਆ। ਤੇ ਮੇਰੇ ਥੋੜੀ ਸ਼ਾਇਦ ਜਾਣਕਾਰੀ ਹੋਵੇ, ਮੇਰੇ ਖਿਆਲ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਦਾ ਵੀ ਕੋਈ ਦਫ਼ਤਰ ਇੱਥੇ ਹੈਗਾ। ਇਹ ਸਾਡਾ ਜਿਹੜਾ ਸਿੱਖ ਮਿਸ਼ਨ ਆ, ਇਹ ਵੱਖ-ਵੱਖ ਪੜਾਵਾਂ 'ਚ ਗੁਰਦੁਆਰਿਆਂ ਸਾਹਿਬਾਂ 'ਚ ਸੁਸ਼ੋਭਿਤ ਹੈ। ਤੇ ਅਸੀਂ ਤਾਂ ਅੰਮ੍ਰਿਤ ਸੰਚਾਰ ਹੀ ਕਰਨਾ, ਤੇ ਅਸੀਂ ਤਾਂ ਧਰਮ ਦੀ ਉਹ ਗੱਲ ਕਰਨੀ ਆ। ਤੇ ਇਸ ਕਰਕੇ ਮੈਨੂੰ ਪੂਰਨ ਆਸ ਹੈ ਇਹ ਸਹਿਯੋਗ ਕਰਨਗੇ ਸਾਡੇ ਨਾਲ ਪੂਰਾ। ਤੇ ਜਿਹੜਾ ਇਹ ਸਾਡਾ ਮਿਸ਼ਨ ਵੀ ਆ, ਉਹ ਵੀ ਸਾਡਾ ਹੁਣ ਦਾ ਨਹੀਂਗਾ, ਉਹਨੂੰ ਲਗਭਗ 14-15 ਸਾਲ ਹੋ ਗਏ। ਉਹ ਵੀ ਆਪਣਾ ਪ੍ਰੋਪਰ ਇਵੇਂ ਵਰਕਿੰਗ ਕਰ ਰਿਹਾ। ਗੁਰਬਾਣੀ ਦਾ ਚੈਨਲ ਖੋਲ੍ਹਣ ਦਾ ਮਸਲਾ ਕਿੱਥੇ ਗਿਆ ਸੀ ਕਿ ਅਕਾਲ ਸਬ ਕਮੇਟੀ ਸਰਦਾਰ ਰਘੂਜੀਤ ਸਿੰਘ ਬਿਰਕ ਦੀ ਛਤਰ ਛਾਇਆ ਹੇਠ ਬਣਾਤੀ ਹੈ 5 ਮੈਂਬਰੀ। ਇਹਨਾਂ ਨੂੰ ਕਿਹਾ ਵੀ ਜਲਦੀ ਤੋਂ ਜਲਦੀ, ਛੇਤੀ ਤੋਂ ਛੇਤੀ ਇਹਦੀ ਜਿਹੜੀ ਆ ਰਿਪੋਰਟ ਸਬਮਿਟ ਕਰਨ। ਉਹ ਰਿਪੋਰਟ ਵੀ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਵਿੱਚੋਂ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤੀ ਜਾਏਗੀ। ਹੁਣ 3 ਭੇਜਾਂਗੇ, ਪਹਿਲਾਂ 4 ਆ ਆਪਣੇ ਕੋਲ। ਅਸੀਂ ਕਿਉਂਕਿ 2 ਕੰਪਿਊਟਰ ਹੁਣ 3 ਅੱਜ ਇਹਨਾਂ ਨੂੰ ਦਿੱਤੇ ਆ, ਤੇ ਅਸੀਂ 2 ਤਾਂ ਕੱਲ੍ਹ ਨੂੰ ਜਾ ਕੇ ਭੇਜ ਦਿਆਂਗੇ, ਕਿਉਂਕਿ ਕੱਲ੍ਹ ਨੂੰ ਮੈਂ ਉੱਥੇ ਹੋਣਾ। ਉਹ 2 EMPLOYEES ਐਕਸਟਰਾ ਜਿਹੜੇ ਆ, ਜਿਹੜੇ ਕੰਪੀਟੈਂਟ ਆ। 4 ਹੈਗੇ ਨੇ ਹਾਲ ਦੀ ਘੜੀ ਤੁਹਾਡੇ ਤੇ। ਹਾਂ, ਮੈਨੇਜਰ ਜਿਹੜੇ ਦਿੱਲੀ ਵਾਸਤੇ ਕਿੰਨਾ ਬਜਟ ਰੱਖਿਆ ਸ਼੍ਰੋਮਣੀ ਕਮੇਟੀ ਨੇ? ਇਹ ਸਾਡੇ ਮਿਸ਼ਨਾਂ ਦਾ ਵੱਖੋ ਵੱਖਰਾ ਹੁੰਦਾ। ਜਿੱਦਾਂ ਸਾਡਾ ਦਿੱਲੀ ਤੁਹਾਡੇ ਵਾਸਤੇ ਅਹਿਮ ਹੈਗੀ ਨਾ। ਮੈਂ ਦੱਸਦਾ, ਇਸ ਲਈ ਸਾਡਾ ਤਕਰੀਬਨ ਦਿੱਲੀ ਮਿਸ਼ਨ ਤੇ ਯੂਪੀ ਲਈ ਸਾਡਾ 3 ਕਰੋੜ 2 ਲੱਖ ਦੋਹਾਂ ਸਟੇਟਾਂ ਦਾ। ਬਾਕੀ ਸਾਡਾ ਸ਼ਤਾਬਦੀ ਦਾ 1 ਕਰੋੜ 75 ਲੱਖ ਰੁਪਏ ਅਸੀਂ ਵੱਖਰਾ ਰੱਖਿਆ। ਸੋ ਜਿੰਨੇ ਵੀ ਲੋੜ ਹੋਊਗੀ ਵੱਖ-ਵੱਖ ਵੀ ਸਾਰੇ ਮਿਸ਼ਨਾਂ ਨੂੰ ਵੀ ਦਿੰਦੇ, ਇੱਥੇ ਵੀ ਐਲੋਕੇਸ਼ਨ ਹੋਊਗੀ। ਬਹੁਤ ਧੰਨਵਾਦ ਜੀ।